ਹੈਲੋ ਸਟੂਡੈਂਟਸ, ਅੱਜ ਆਪਾਂ ਸਟੱਡੀ ਕਰਾਂਗੇ। ਆਪਣਾ ਅੱਜ ਦਾ ਟੌਪਿਕ ਕੀ ਹੈ? ਐਰੇਜ਼ ਇਨ ਜਾਵਾ ਸਕ੍ਰਿਪਟ। ਕਿ ਜਾਵਾ ਸਕ੍ਰਿਪਟ ਦੇ ਵਿੱਚ ਐਰੇਜ਼ ਕੀ ਹੁੰਦੇ ਆ। ਵੀ ਹੈਵ ਲਰਨਡ ਦੈਟ ਏ ਵੈਰੀਏਬਲ ਕੈਨ ਹੋਲਡ ਓਨਲੀ ਵਨ ਵੈਲਿਊ। ਫੋਰ ਐਗਜ਼ਾਮਪਲ var i ਇਜ਼ ਇਕੁਅਲ ਟੂ 1। ਮੀਨਜ਼ ਅਸੀਂ ਕੀ ਸਿੱਖਿਆ ਕਿ ਸਿਰਫ ਇੱਕ ਵੈਰੀਏਬਲ ਦੇ ਵਿੱਚ ਇੱਕ ਹੀ ਵੈਲਿਊ ਨੂੰ ਆਪਾਂ ਸਟੋਰ ਕਰਕੇ ਰੱਖ ਸਕਦੇ ਹਾਂ। ਉਦਾਹਰਨ ਦੇ ਲਈ ਜਿਵੇਂ var i ਹੈ, ਉਸਨੂੰ ਇੱਕ ਵੈਲਿਊ ਅਸਾਈਨ ਹੋਈ ਹੈ 1। ਵੀ ਕੈਨ ਅਸਾਈਨ ਓਨਲੀ ਵਨ ਲਿਟਰਲ ਵੈਲਿਊ ਟੂ i। ਇੱਕ ਵੈਲਿਊ ਹੀ ਅਸੀਂ ਸਿਰਫ ਹੈ ਜਿਹੜੀ ਉਹ i ਨੂੰ ਦੇ ਸਕਦੇ ਹਾਂ। ਵੀ ਕੈਨ ਨਾਟ ਅਸਾਈਨ ਮਲਟੀਪਲ ਲਿਟਰਲ ਵੈਲਿਊਜ਼ ਟੂ ਏ ਵੈਰੀਏਬਲ i। ਅਸੀਂ ਮਤਲਬ ਇੱਕ ਤੋਂ ਜ਼ਿਆਦਾ ਜੋ ਮਲਟੀਪਲ ਵੈਲਿਊਜ਼ ਹੈ ਉਹ i ਨੂੰ ਨਹੀਂ ਦੇ ਸਕਦੇ। To overcome this problem, ਜਾਵਾ ਸਕ੍ਰਿਪਟ provides an array। ਕਹਿੰਦੇ ਇਸ ਸਮੱਸਿਆ ਨੂੰ ਹੀ ਦੂਰ ਕਰਨ ਦੇ ਲਈ ਜਾਵਾ ਸਕ੍ਰਿਪਟ ਨੇ ਕੀ ਕੀਤਾ? ਐਰੇ ਪ੍ਰੋਵਾਈਡ ਕੀਤਾ। ਮੀਨਜ਼ ਪਹਿਲਾਂ ਅਸੀਂ ਕੀ ਸਿੱਖਿਆ ਕਿ ਇੱਕ ਵੈਰੀਏਬਲ ਦੇ ਵਿੱਚ ਸਿਰਫ ਅਸੀਂ ਇੱਕ ਵੈਲਿਊ ਨੂੰ ਹੀ ਸਟੋਰ ਕਰਕੇ ਰੱਖ ਸਕਦੇ ਹਾਂ, ਇੱਕ ਵੈਲਿਊ ਅਸਾਈਨ ਕਰ ਸਕਦੇ ਹਾਂ। ਪਰ ਜਿਹੜੀ ਇਹ ਪ੍ਰੋਬਲਮ ਸੀਗੀ ਉਹਨੂੰ ਜਾਵਾ ਸਕ੍ਰਿਪਟ ਨੇ ਦੂਰ ਕੀਤਾ। ਜਾਵਾ ਸਕ੍ਰਿਪਟ ਨੇ ਕੀ ਪ੍ਰੋਵਾਈਡ ਕੀਤਾ? ਐਰੇ ਪ੍ਰੋਵਾਈਡ ਕੀਤਾ। ਐਨ ਐਰੇ ਇਜ਼ ਏ ਸਪੈਸ਼ਲ ਟਾਈਪ ਆਫ ਵੈਰੀਏਬਲ। ਕਹਿੰਦੇ ਇੱਕ ਐਰੇ ਹੈ ਜਿਹੜਾ ਉਹ ਇੱਕ ਵਿਸ਼ੇਸ਼ ਕਿਸਮ ਦਾ ਵੈਰੀਏਬਲ ਹੁੰਦਾ ਵਿਚ ਕੈਨ ਸਟੋਰ ਮਲਟੀਪਲਸ ਵੈਲਿਊ ਯੂਜ਼ਿੰਗ ਸਪੈਸ਼ਲ ਸਿੰਟੈਕਸ। ਜੋ ਕਿ ਹੈ ਇੱਕ ਵਿਸ਼ੇਸ਼ ਸਿੰਟੈਕਸ ਦੀ ਵਰਤੋਂ ਕਰਕੇ ਕਈ ਵੈਲਿਊਜ਼ ਨੂੰ, ਮਲਟੀਪਲ ਵੈਲਿਊਜ਼ ਨੂੰ ਸਟੋਰ ਕਰ ਸਕਦਾ। ਐਵਰੀ ਵੈਲਿਊ ਇਜ਼ ਐਸੋਸੀਏਟਡ ਵਿਦ ਨੂਮੈਰਿਕ ਇੰਡੈਕਸ ਸਟਾਰਟਿੰਗ ਵਿਦ 0। ਕਹਿੰਦੇ ਹਰ ਵੈਲਿਊ ਆ ਜਿਹੜੀ ਉਹਦਾ ਜਿਹੜਾ ਸੰਖਿਆਤਮਕ ਇੰਡੈਕਸ ਹੈ ਉਹ ਕਿਹਦੇ ਨਾਲ ਸ਼ੁਰੂ ਹੁੰਦਾ? 0 ਨਾਲ। ਮੀਨਜ਼ ਐਰੇ ਦਾ ਇੰਡੈਕਸ ਆ ਜਿਹੜਾ ਉਹ ਹਮੇਸ਼ਾ ਹੀ 0 ਤੋਂ ਸਟਾਰਟ ਹੁੰਦਾ। ਜਿਵੇਂ ਕਿ ਨੀਚੇ ਆਪਾਂ ਨੂੰ ਇਹਦੀ ਐਗਜ਼ਾਮਪਲ ਦਿੱਤੀ ਗਈ ਹੈ, ਉਹਦੇ ਵਿੱਚ ਦੇਖੋ ਵੈਲਿਊ ਹੈ ਜਿਹੜੀ ਉਹ 12 ਦਿੱਤੀ ਹੈ। ਫਿਰ ਹੈਲੋ ਵਰਡ 34, 90, 2.3, 2, 3, 87 ਅਤੇ ਜੋ ਇਹਦਾ ਇੰਡੈਕਸ ਸਟਾਰਟ ਕੀਤਾ ਗਿਆ ਉਹ 0 ਤੋਂ ਕੀਤਾ। 0, 1, 2, 3, 4, 5, 6, 7, 8। ਨੈਕਸਟ ਆਪਾਂ ਗੱਲ ਕਰਦੇ ਹਾਂ ਐਰੇ ਇਨੀਲਾਈਜੇਸ਼ਨਸ ਬਾਰੇ। ਐਨ ਐਰੇ ਇਨ ਜਾਵਾ ਸਕ੍ਰਿਪਟ ਕੈਨ ਬੀ ਡਿਫਾਈਨਡ ਐਂਡ ਇਨੀਲਾਈਜ਼ਡ ਇਨ 2 ਵੇਜ਼, ਐਰੇ ਲਿਟਰਲ ਐਂਡ ਐਰੇ ਕੰਸਟਰਕਟਰ ਸਿੰਟੈਕਸ। ਜਾਵਾ ਸਕ੍ਰਿਪਟ ਦੇ ਵਿੱਚ ਕੀ ਹੈ? ਇੱਕ ਐਰੇ ਨੂੰ ਪਰਿਭਾਸ਼ਿਤ ਕੀਤਾ ਜਾ ਸਕਦਾ ਅਤੇ 2 ਤਰੀਕਿਆਂ ਦੇ ਨਾਲ ਇਹਨੂੰ ਆਰੰਭ ਕੀਤਾ ਜਾ ਸਕਦਾ। ਕਿਹੜੇ ਕਿਹੜੇ ਹੈ? ਇੱਕ ਹੈਗਾ ਐਰੇ ਲਿਟਰਲ ਐਂਡ ਸੈਕਿੰਡ ਕੀ ਹੈ? ਐਰੇ ਕੰਸਟਰਕਟਰ ਸਿੰਟੈਕਸ। ਹੁਣ ਆਪਾਂ ਫਸਟ ਗੱਲ ਕਰਦੇ ਹਾਂ ਐਰੇ ਲਿਟਰਲ ਬਾਰੇ। ਐਰੇ ਲਿਟਰਲ ਸਿੰਟੈਕਸ ਇਜ਼ ਸਿੰਪਲ। ਇਟ ਟੇਕਸ ਏ ਲਿਸਟ ਆਫ ਵੈਲਿਊਜ਼ separated by a commas and enclosed in ਸਕੇਅਰ ਬ੍ਰੈਕਟਸ। ਇਹਦੇ ਵਿੱਚ ਕੀ ਹੁੰਦਾ? ਕਹਿੰਦੇ ਜਿਹੜਾ ਐਰੇ ਲਿਟਰਲ ਹੈ ਇਹਦਾ ਸਿੰਟੈਕਸ ਹੁੰਦਾ ਜਿਹੜਾ ਉਹ ਸਧਾਰਨ ਹੁੰਦਾ, ਸਿੰਪਲ ਹੁੰਦਾ ਅਤੇ ਇਹ ਵੈਲਿਊ ਦੀ ਜਿਹੜੀ ਸੂਚੀ ਲੈਂਦਾ ਉਹਨੂੰ ਕੀ ਹੈ? ਇੱਕ ਕੋਮੇ ਦੁਆਰਾ ਵੱਖ ਕੀਤਾ ਜਾ ਸਕਦਾ। ਮੀਨਜ਼ ਜਿਹੜੀ ਵੀ ਸੂਚੀ ਹੋਊਗੀ ਉਹਨੂੰ ਆਪਾਂ ਕੋਮੇ ਨਾਲ ਅਲੱਗ ਕਰ ਸਕਦੇ ਹਾਂ। ਅਤੇ ਇਹਦੇ ਵਿੱਚ ਜਿਹੜਾ ਬ੍ਰੈਕਟ ਹੁੰਦਾ ਜਿਹਦੇ ਨਾਲ ਉਹਨੂੰ ਬੰਦ ਹੁੰਦਾ ਉਹ ਕਿਹੜਾ ਬ੍ਰੈਕਟ ਹੁੰਦਾ? ਵਰਗ ਬ੍ਰੈਕਟ ਦੇ ਵਿੱਚ ਹੀ ਜਿਹੜਾ ਉਹ ਕਲੋਜ਼ ਹੁੰਦਾ। ਜਿਵੇਂ ਸਿੰਟੈਕਸ ਦੇ ਵਿੱਚ ਦਿਖਾਇਆ var ਐਰੇ ਨੇਮ ਦਿੱਤਾ, ਉਸ ਤੋਂ ਬਾਅਦ ਇਜ਼ ਇਕੁਅਲ ਟੂ ਸਕੇਅਰ ਬ੍ਰੈਕਟ ਹੈ ਜਿਹੜਾ ਉਹ ਸਟਾਰਟ ਹੁੰਦਾ। ਉਹਦੇ ਵਿੱਚ ਐਲੀਮੈਂਟ 0 ਹੈ, 1 ਹੈ, 2 ਹੈ ਐਂਡ ਐਨ ਸੋ ਔਨ। ਨੈਕਸਟ ਆਪਾਂ ਗੱਲ ਕਰਦੇ ਹਾਂ ਇਹਦੀ ਐਗਜ਼ਾਮਪਲ ਬਾਰੇ। ਡਿਕਲੇਅਰ ਕਰਨਾ ਅਤੇ ਇਨੀਲਾਈਜ਼ ਕਿਵੇਂ ਕੀਤਾ ਜਾ ਸਕਦਾ ਐਰੇਜ਼ ਨੂੰ। ਜਿਵੇਂ var ਸਟਰਿੰਗ ਐਰੇ ਹੈ, ਇਹਦੇ ਵਿੱਚ ਸਟਰਿੰਗ ਐਰੇ ਦਿੱਤੀ ਹੈ ਜਿਵੇਂ 1, 2, 3 ਹੋ ਗਿਆ, ਇਹਨਾਂ ਨੂੰ ਕੋਮਿਆਂ ਦੇ ਨਾਲ ਅਲੱਗ ਕੀਤਾ ਗਿਆ। ਉਸੇ ਤਰ੍ਹਾਂ ਹੀ ਨੂਮੈਰਿਕ ਐਰੇ ਹੈ ਜਿਹੜਾ ਉਹਨੂੰ ਵੀ 1, 2, 3, 4 ਨੂਮੈਰਿਕ ਵੈਲਿਊ ਦਿੱਤੀ ਗਈ ਹੈ। ਉਸ ਤੋਂ ਬਾਅਦ ਜਿਹੜੇ ਡੈਸੀਮਲ ਐਰੇ ਆ ਉਹਨੂੰ ਪੁਆਇੰਟ ਦੇ ਵਿੱਚ ਦਿੱਤਾ, ਡਿਨੋਟ ਕੀਤਾ, ਡਿਕਲੇਅਰ ਕੀਤਾ। 1.1 ਹੋ ਗਿਆ, 1.2, 1.3। ਜਿਹੜੀ ਵੂਲਨ ਐਰੇ ਆ ਉਹਦੇ ਵਿੱਚ ਜਿਹੜੀ ਵੈਲਿਊ ਆ ਉਹ ਟਰੂ, ਫਾਲਸ, ਫਾਲਸ, ਟਰੂ, ਇਹਨਾਂ ਨੂੰ ਵੀ ਸਕੇਅਰ ਬ੍ਰੈਕਟ ਦੇ ਵਿੱਚ ਕਲੋਜ਼ ਕੀਤਾ ਗਿਆ। ਉਸੇ ਤਰ੍ਹਾਂ ਜਿਹੜਾ ਮਿਕਸਡ ਐਰੇ ਹੈ, ਮਿਕਸਡ ਐਰੇ ਦੇ ਵਿੱਚ ਕੀ ਕੀਤਾ? 1 ਨੂਮੈਰਿਕ ਵੈਲਿਊ ਲੈਤੀ ਆ, 2, 3 ਸਟਰਿੰਗ ਲੈਤਾ, ਉਸ ਤੋਂ ਬਾਅਦ 4 ਫਿਰ ਨੂਮੈਰਿਕ ਲੈਤੀ ਹੈ। ਜਾਵਾ ਸਕ੍ਰਿਪਟ ਹੈ ਜਿਹੜਾ ਐਰੇ ਕੈਨ ਸਟੋਰ ਮਲਟੀਪਲ ਐਲੀਮੈਂਟਸ ਆਫ ਡਿਫਰੈਂਟ ਡਾਟਾ ਟਾਈਪਸ
It is not required to store value of same data type in an array। ਕਹਿੰਦੇ ਜਾਵਾਸਕ੍ਰਿਪਟ ਦੇ ਵਿੱਚ ਜਿਹੜੇ ਐਰੇ ਆ ਉਹ ਵੱਖ-ਵੱਖ ਡਾਟਾ ਕਿਸਮਾਂ ਦੇ ਮਲਟੀਪਲ ਐਲੀਮੈਂਟ ਨੂੰ ਸਟੋਰ ਕਰ ਸਕਦੀ ਹੈ। ਮੀਨਸ ਇਹ ਨਹੀਂ ਹੈਗਾ ਕਿ ਐਰੇ ਦੇ ਵਿੱਚ ਸਿਰਫ ਇੱਕੋ ਹੀ ਡਾਟਾ ਟਾਈਪ ਜਿਵੇਂ ਸਟਰਿੰਗ ਹੀ ਆ ਉਹ ਹੀ ਸਟੋਰ ਹੋਣਗੇ ਜਾਂ ਨੂਮੈਰਿਕ ਵੈਲਿਊ ਸਟੋਰ ਹੋਊਗੀ। ਇਹਦੇ ਵਿੱਚ ਕੀ ਹੁੰਦਾ ਹੈ, ਮਲਟੀਪਲ ਐਲੀਮੈਂਟ ਨੂੰ ਸਟੋਰ ਕੀਤਾ ਜਾ ਸਕਦਾ ਹੈ। ਐਰੇ ਵਿੱਚ ਕੀ ਹੁੰਦਾ ਹੈ, ਸਮਾਨ ਡਾਟਾ ਟਾਈਪ ਦੇ ਮੁੱਲ ਨੂੰ ਸਟੋਰ ਕਰਨ ਦੀ ਜ਼ਰੂਰਤ ਨਹੀਂ ਹੁੰਦੀ। ਸੈਕਿੰਡ ਆਪਣਾ ਆ ਜਾਂਦਾ ਹੈ ਐਰੇ ਕੰਸਟਰਕਟਰ। ਐਰੇ ਕੰਸਟਰਕਟਰ ਕੀ ਹੈ, ਜਿਵੇਂ ਤੁਸੀਂ ਨਵੇਂ ਕੀਵਰਡ ਦੀ ਵਰਤੋਂ ਕਰਕੇ ਐਰੇ ਕੰਸਟਰਕਟਰ ਸਿੰਟੈਕਸ ਨਾਲ ਐਰੇ ਨੂੰ ਆਰੰਭ ਕਰ ਸਕਦੇ ਹੋ। ਮੀਨਸ ਇਹਦੇ ਵਿੱਚ ਨਵਾਂ ਜਿਹੜਾ ਕੋਈ ਕੀਵਰਡ ਹੈ, ਨਿਊ ਕੀਵਰਡ ਹੈ, ਉਹਨੂੰ ਯੂਜ਼ ਕੀਤਾ ਜਾਂਦਾ ਹੈ। ਦਾ ਐਰੇ ਕੰਸਟਰਕਟਰ ਹੈਜ਼ ਫੋਲੋਇੰਗ 3 ਫਾਰਮਸ। ਕਹਿੰਦੇ ਜਦੋਂ ਐਰੇ ਕੰਸਟਰਕਟਰ ਹੁੰਦਾ ਉਸ ਦੀਆਂ 3 ਫਾਰਮਸ ਹੁੰਦੀਆਂ ਜੋ ਸਿੰਟੈਕਸ ਦੇ ਵਿੱਚ ਆਪਾਂ ਨੂੰ ਦਿਖਾਇਆ ਗਿਆ। ਜਿਵੇਂ ਫਸਟ VAR ਐਰੇ ਨੇਮ ਇਜ਼ ਇਕੁਅਲ ਟੂ ਨਿਊ ਐਰੇ ਦਿੱਤਾ। ਸੈਕਿੰਡ ਦੇ ਵਿੱਚ ਕੀ ਹੈ, VAR ਐਰੇ ਨੇਮ ਇਜ਼ ਇਕੁਅਲ ਟੂ ਨਿਊ ਐਰੇ, ਇਹਦੇ ਵਿੱਚ ਨੰਬਰ ਲੈਂਥ ਦਿੱਤੀ ਹੈ। ਥਰਡ ਦੇ ਵਿੱਚ ਕੀ ਹੈ, VAR ਐਰੇ ਨੇਮ ਇਜ਼ ਇਕੁਅਲ ਟੂ ਨਿਊ ਐਰੇ, ਉਹਦੇ ਵਿੱਚ ਐਲੀਮੈਂਟ 1 2 3 ਐਂਡ ਸੋ ਔਨ ਹੋ ਗਿਆ। As you can see in the above syntax, an array can be initialized using new keyword in the same way as an object। ਕਹਿੰਦੇ ਜਿਵੇਂ ਕਿ ਤੁਸੀਂ ਉੱਪਰ ਸਿੰਟੈਕਸ ਦੇ ਵਿੱਚ ਹੀ ਵੇਖ ਚੁੱਕੇ ਹੋ ਕਿ ਇੱਕ ਐਰੇ ਨੂੰ ਇੱਕ ਨਵੇਂ ਕੀਵਰਡ ਦੀ ਵਰਤੋਂ ਕਰਦਿਆਂ ਯੂਜ਼ ਕੀਤਾ ਗਿਆ। ਮੀਨਸ ਇਹਦੇ ਵਿੱਚ ਨਿਊ ਕੀਵਰਡ ਦੀ ਵਰਤੋਂ ਕੀਤੀ ਗਈ ਹੈ। ਇੱਕ ਆਬਜੈਕਟਿਵ ਵਾਂਗ ਉਸੇ ਤਰ੍ਹਾਂ ਹੀ ਇਹਨੂੰ ਆਰੰਭ ਕੀਤਾ ਜਾਂਦਾ ਹੈ। ਆਬਜੈਕਟ ਦੀ ਤਰ੍ਹਾਂ ਹੀ ਇਹਨੂੰ ਕੀ ਕੀਤਾ ਜਾਂਦਾ ਹੈ, ਆਰੰਭ ਕੀਤਾ ਜਾਂਦਾ। ਨੈਕਸਟ ਇਹਦੀ ਐਗਜ਼ਾਮਪਲ ਆ ਗਈ। ਐਗਜ਼ਾਮਪਲ ਦੇ ਵਿੱਚ ਕੀ ਦਿੱਤਾ ਹੈ, ਜਿਵੇਂ ਵੈਰੀਏਬਲ ਸਟਰਿੰਗ ਐਰੇ ਦੇ ਵਿੱਚ ਇਜ਼ ਇਕੁਅਲ ਟੂ ਨਿਊ ਐਰੇ ਲੈਤਾ, ਤਾਂ ਉਸ ਤੋਂ ਬਾਅਦ ਜਿਹੜਾ ਸਟਰਿੰਗ ਐਰੇ ਹੈ 0 1 2 3 ਮਤਲਬ ਇਹਦਾ ਇੰਡੈਕਸ ਦਿੱਤਾ। ਉਸ ਤੋਂ ਬਾਅਦ ਇਹਨੂੰ 1 2 3 4 ਜਿਹੜੀ ਸਟਰਿੰਗ ਦੀ ਵੈਲਿਊ ਦਿੱਤੀ ਹੈ। ਉਸੇ ਤਰ੍ਹਾਂ ਹੀ ਨਿਊਮੈਰਿਕ ਵੈਲਿਊ ਦਿੱਤੀ ਹੈ 0 ਤੋਂ ਇੰਡੈਕਸ ਲੈ ਕੇ ਉਸ ਤੋਂ ਬਾਅਦ 1 2 3। ਮਿਕਸਡ ਐਰੇ ਦੇ ਵਿੱਚ ਵੀ ਕੀ ਹੈ, ਨਿਊ ਐਰੇ ਲੈ ਕੇ 1 2 3 ਮੀਨਸ 1 ਅਤੇ 3 ਜਿਹੜੀ ਉਹ ਕੀ ਹੈ ਨਿਊਮੈਰਿਕ ਵੈਲਿਊ ਲੈਤੀ ਹੈ, 2 ਅਤੇ 4 ਹੈ ਜਿਹੜੀ ਉਹ ਸਟਰਿੰਗ ਵੈਲਿਊ ਲੈਤੀ ਹੈ। ਇਹ ਹਮੇਸ਼ਾ ਹੀ ਆਪਾਂ ਨੂੰ ਯਾਦ ਰੱਖਣਾ ਹੈ ਕਿ ਐਰੇ ਵਿੱਚ ਸਿਰਫ ਜੋ ਸੰਖਿਆਤਮਕ ਇੰਡੈਕਸ ਹੈ ਉਹ ਹੋ ਸਕਦਾ। ਇੰਡੈਕਸ ਸਟਰਿੰਗ ਜਾਂ ਕਿਸੇ ਹੋਰ ਡਾਟਾ ਕਿਸਮ ਦਾ ਨਹੀਂ ਹੋ ਸਕਦਾ। ਮੀਨਸ ਜਿਹੜਾ ਆਪਾਂ ਇੰਡੈਕਸ ਦਿੰਦੇ ਹਾਂ ਉਹ ਜਿਵੇਂ ਆਪਾਂ ਹਰ ਜਗ੍ਹਾ 'ਤੇ ਕੀ ਕੀਤਾ 0 ਤੋਂ ਸਟਾਰਟ ਕੀਤਾ 0 1 2 3, ਤਾਂ ਇਹ ਇੰਡੈਕਸ ਹਮੇਸ਼ਾ ਹੀ ਨਿਊਮੈਰਿਕ ਵੈਲਿਊ ਦੇ ਵਿੱਚ ਹੁੰਦਾ। ਇਹਨੂੰ ਆਪਾਂ ਜਾਂ ਸਟਰਿੰਗ ਦੇ ਵਿੱਚ ਜਾਂ ਬੁਲਨ ਦੇ ਵਿੱਚ ਜਾਂ ਕਿਸੇ ਹੋਰ ਵੀ ਆਪਾਂ ਡਾਟਾ ਟਾਈਪ ਦੇ ਵਿੱਚ ਨਹੀਂ ਦੇ ਸਕਦੇ। ਮੀਨਸ ਜੇਕਰ ਆਪਾਂ ਇਸ ਤਰ੍ਹਾਂ ਦੇਵਾਂਗੇ ਤਾਂ ਇਹ ਕੀ ਹੁੰਦਾ, ਇਨਕਰੈਕਟ ਹੁੰਦਾ। ਜਿਵੇਂ ਐਗਜ਼ਾਮਪਲ ਦੇ ਵਿੱਚ ਹੀ ਦਿਖਾਇਆ ਗਿਆ ਕਿ ਇਨਕਰੈਕਟ ਐਰੇ ਇੰਡੈਕਸ ਕੀ ਹੈ। ਜਿਵੇਂ ਸਟਰਿੰਗ ਐਰੇ ਤੋਂ ਬਾਅਦ ਆਪਾਂ 1 ਲਿਖਿਆ, ਸਟਰਿੰਗ ਐਰੇ ਤੋਂ ਬਾਅਦ ਸਕੁਏਅਰ ਬ੍ਰੈਕਟ ਦੇ ਵਿੱਚ 2 ਹੈ 3 ਹੈ 4 ਹੈ। ਇਸੇ ਤਰ੍ਹਾਂ ਇਹ ਕੀ ਹੈ, ਇਨਕਰੈਕਟ ਹੈ। ਮੀਨਸ ਕੀ ਹੈ, ਇੰਡੈਕਸ ਹੈ ਜਿਹੜਾ ਉਹ ਨਿਊਮੈਰਿਕ ਵੈਲਿਊ ਦੇ ਵਿੱਚ ਹੁੰਦਾ ਅਤੇ ਹਮੇਸ਼ਾ ਹੀ 0 ਤੋਂ ਸਟਾਰਟ ਹੁੰਦਾ। ਨੈਕਸਟ ਆਪਾਂ ਗੱਲ ਕਰਦੇ ਹਾਂ ਅਸੈਸਿੰਗ ਐਰੇ ਐਲੀਮੈਂਟਸ। ਮੀਨਸ ਕੀ ਹੈ, ਐਰੇ ਐਲੀਮੈਂਟਸ ਨੂੰ ਐਕਸੈਸ ਕਰਨਾ। ਕਹਿੰਦੇ ਐਰੇ ਐਲੀਮੈਂਟਸ ਵੈਲਿਊ ਨੂੰ ਇੰਡੈਕਸ ਦੀ ਵਰਤੋਂ ਕਰਕੇ ਐਕਸੈਸ ਕੀਤਾ ਜਾ ਸਕਦਾ। ਖਾਸ ਸੂਚਾਂਕ ਦੇ ਤੱਤ ਨੂੰ ਐਕਸੈਸ ਕਰਨ ਦੇ ਲਈ ਐਰੇ ਨਾਮ ਵਾਲੇ ਵਰਗ ਬ੍ਰੈਕਟ ਵਿੱਚ ਇੱਕ ਸੂਚਾਂਕ ਨਿਰਧਾਰਤ ਕਰੋ। ਇਹ ਹਮੇਸ਼ਾ ਯਾਦ ਰੱਖੋ ਕਿ ਐਰੇ ਦਾ ਇੰਡੈਕਸ ਜਾਵਾਸਕ੍ਰਿਪਟ ਵਿੱਚ 0 ਤੋਂ ਸ਼ੁਰੂ ਹੁੰਦਾ ਹੈ। ਮੀਨਸ ਜਿਹੜਾ ਇਹਦਾ ਇੰਡੈਕਸ ਹੈ ਉਸੇ ਤੋਂ ਹੀ ਜਿਹੜੇ ਇਹਦੇ ਐਲੀਮੈਂਟਸ ਆ ਉਹਨਾਂ ਨੂੰ ਅਸੈਸ ਕੀਤਾ ਜਾ ਸਕਦਾ ਅਤੇ ਜਿਹੜਾ ਵੀ ਐਰੇ ਦਾ ਇੰਡੈਕਸ ਹੁੰਦਾ ਉਹ ਹਮੇਸ਼ਾ ਹੀ 0 ਤੋਂ ਸਟਾਰਟ ਹੁੰਦਾ ਅਤੇ ਜਿਹੜਾ ਇਹਦਾ ਬ੍ਰੈਕਟ ਹੁੰਦਾ ਉਹ ਸਕੁਏਅਰ ਬ੍ਰੈਕਟ ਹੁੰਦਾ। ਨੈਕਸਟ ਆਪਾਂ ਗੱਲ ਕਰਦੇ ਹਾਂ ਐਰੇਜ਼ ਦੀ ਪ੍ਰੋਪਰਟੀਜ਼ ਬਾਰੇ। ਐਰੇ ਇਨਕਲੂਡਸ ਲੈਂਥ ਪ੍ਰੋਪਰਟੀ ਵਿਚ ਰਿਟਰਨ ਨੰਬਰ ਆਫ ਐਲੀਮੈਂਟਸ ਇਨ ਦਾ ਐਰੇ। ਐਰੇ ਦੇ ਵਿੱਚ ਕੀ ਹੁੰਦਾ ਹੈ, ਲੈਂਥ ਵਿਸ਼ੇਸ਼ਤਾ ਸ਼ਾਮਲ ਹੈ ਜੋ ਕਿ ਐਰੇ ਵਿੱਚ ਐਲੀਮੈਂਟਸ ਦੀ ਜੋ ਗਿਣਤੀ ਹੈ ਉਹਨੂੰ ਕੀ ਕਰਦੀ ਹੈ, ਵਾਪਸ ਕਰਦੀ ਹੈ, ਰਿਟਰਨ ਕਰਦੀ ਹੈ। ਯੂਜ਼ ਫੋਰ ਲੂਪ ਟੂ ਅਸੈਸ ਆਲ ਦਾ ਐਲੀਮੈਂਟਸ ਆਫ ਐਨ ਐਰੇ ਯੂਜ਼ਿੰਗ ਲੈਂਥ ਪ੍ਰੋਪਰਟੀ। ਕਹਿੰਦੇ ਲੈਂਥ ਪ੍ਰੋਪਰਟੀ ਦੀ ਵਰਤੋਂ ਕਰਦੇ ਹਾਂ ਐਰੇ ਦੇ ਜਿਹੜੇ ਸਾਰੇ ਤੱਤਾਂ ਤੱਕ ਪਹੁੰਚਣ ਦੇ ਲਈ ਕਿਹਦੀ ਵਰਤੋਂ ਕੀਤੀ ਜਾਂਦੀ ਹੈ,
ਫੋਰ ਲੂਪ ਦੀ ਵਰਤੋਂ ਕੀਤੀ ਜਾਂਦੀ ਹੈ। ਕਿਹੜਾ ਲੂਪ ਯੂਜ਼ ਕੀਤਾ ਜਾਂਦਾ? ਫੋਰ ਲੂਪ ਯੂਜ਼ ਕੀਤਾ ਜਾਂਦਾ। ਸੋ ਸਟੂਡੈਂਟਸ, ਅੱਜ ਦਾ ਆਪਣਾ ਟੌਪਿਕ ਸੀਗਾ ਜਾਵਾ ਸਕ੍ਰਿਪਟ ਦੇ ਵਿੱਚ ਐਰੇ ਨੂੰ ਕਿਵੇਂ ਅਸੈਸ ਕੀਤਾ ਜਾਂਦਾ ਹੈ, ਐਰੇ ਦੀ ਪ੍ਰੋਪਰਟੀ ਕੀ ਹੈ, ਅਤੇ ਐਰੇ ਨੂੰ ਕਿਵੇਂ ਇਨੀਲਾਈਜੇਸ਼ਨ ਮੀਨਸ ਡਿਕਲੇਅਰ ਕੀਤਾ ਜਾਂਦਾ। ਸੋ ਥੈਂਕ ਯੂ ਫॉर ਵਾਚਿੰਗ।